ਅੱਜ मैं ये नहीं कहांगा कि कित्थे तक जाना पवे, जिथे तक भी जाना पिया ਅਸੀਂ ਇਹਨਾਂ ਕਾਨੂੰਨਾਂ 'ਚ ਸੋਧ ਨਹੀਂ ਕਰਾਉਣੀ, ਕਾਨੂੰਨਾਂ ਨੂੰ ਵਾਪਸ ਕਰਾ ਕੇ ਹਟਾ। ਭਗਤ ਸਿੰਘ ਦੀ ਗੱਲ ਕੀਤੀ। ਭਗਤ ਸਿੰਘ 23 ਸਾਲ ਦੀ ਉਮਰ ਇੱਕ ਬਹੁਤ ਵੱਡੀ ਸ਼ਹਾਦਤ ਦੇ ਗਿਆ ਸੀ, ਪਰ ਤੁਹਾਨੂੰ ਲੱਗਦਾ ਵੀ ਅੱਜ ਦਾ ਜਿਹੜਾ ਯੂਥ ਹੈ ਉਹ ਏਡੀ ਵੱਡੀ ਕੁਰਬਾਨੀ ਦੇਣ ਨੂੰ ਤਿਆਰ ਹੈ? ਪਠਾਨਕੋਟ ਦੇ ਵਿੱਚ ਇਹਦੇ ਸਮਰਥਨ ਨੂੰ ਲੈ ਕੇ ਰੈਲੀ ਕੱਢੀ ਗਈ ਸੀ। ਉੱਥੇ ਦੇ ਕਿਸਾਨ ਨੂੰ ਨਹੀਂ ਸਮਝ ਆ ਰਹੀ ਵੀ ਜਿਹੜੇ ਬਿੱਲ ਨੇ ਇਹ ਵਿਰੋਧ ਦੇ ਵਿੱਚ ਨੇ, ਉਹਨਾਂ ਦੇ ਸਮਰਥਨ ਦੇ ਵਿੱਚ ਜਾ ਕੇ ਰੈਲੀਆਂ ਦੇ ਵਿੱਚ ਉਹਨਾਂ ਦਾ ਸਾਥ ਦੇ ਰਹੇ ਸੀ। ਬਈ ਕੋਈ ਕਿਸਾਨ ਟਰੈਕਟਰ ਲੈ ਕੇ ਇਹਨਾਂ ਦੀ ਰੈਲੀ ਵਿੱਚ ਨਹੀਂ ਜਾਂਦਾ। ਜਿਹੜੇ ਟਰੈਕਟਰ ਆ ਉਹ ਠੇਕੇਦਾਰਾਂ ਦੇ ਆ, ਇਹਨਾਂ ਦੇ ਆਪਣੇ ਠੇਕੇਦਾਰ ਹੈ। ਉਹਨਾਂ ਤੋਂ 5-7-10 ਟਰੈਕਟਰ ਮੰਗ ਕੇ 2-4 ਠੇਕੇਦਾਰਾਂ ਤੋਂ ਉਹਨਾਂ ਦੇ ਉੱਤੇ ਦਿਹਾੜੀਦਾਰਾਂ ਨੂੰ ਬਿਠਾ ਕੇ ਤੁਸੀਂ ਉਹਨਾਂ ਨੂੰ ਕਿਸਾਨ ਨਹੀਂ ਕਹਿ ਸਕਦੇ। ਅਸੀਂ ਆਪਣੇ ਪੰਜਾਬੀਆਂ ਨੂੰ ਖਬਰਦਾਰ ਕਰਦੇ ਹਾਂ ਵੀ ਜਿਹੜੀ 15 ਰੁਪਏ ਨੂੰ ਸਾਤੇ ਖਰੀਦਣਗੇ ਜਾਂ 12 ਰੁਪਏ ਨੂੰ ਖਰੀਦਣਗੇ, ਉਹ ਖਾਣ ਵਾਲੇ ਨੂੰ 40 ਤੋਂ ਘੱਟ ਨਹੀਂ ਮਿਲਣੀ। ਪੰਜਾਬੀਓ ਸਮਝ ਜਾਓ। ਉਹਨਾਂ ਦੇ ਵਿਰੁੱਧ ਆਪਾਂ ਅਜੇ ਸ਼ਾਂਤਮਈ ਢੰਗ ਦੇ ਨਾਲ ਇਹ ਧਰਨੇ ਮੁਜ਼ਾਹਰੇ ਕਰਕੇ ਸਰਕਾਰ ਨੂੰ ਆਪਣਾ ਵਿਰੋਧ ਜਤਾ ਰਹੇ ਹਾਂ ਵੀ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਲਓ। ਉਹਨਾਂ ਨੇ ਟਰਾਲੇ ਭਰ ਕੇ ਝੋਨੇ ਦੇ ਯੂਪੀ ਤੋਂ, ਬਿਹਾਰ ਤੋਂ, ਉੱਤਰਾਖੰਡ ਤੋਂ ਪੰਜਾਬ 'ਚ ਆਉਣੇ ਸ਼ੁਰੂ ਹੋਏ। ਸੈਂਕੜਿਆਂ ਦੀ ਗਿਣਤੀ 'ਚ ਫੜੇ ਗਏ। ਜਿਹੜੇ ਮੰਡੀਆਂ 'ਚ ਜਾ ਕੇ ਤੁਲ ਗਏ ਉਹਨਾਂ ਦਾ ਸਾਨੂੰ ਪਤਾ ਨਹੀਂ ਕਿੰਨੇ ਖੋਏ ਆ। ਉਹ ਝੋਨਾ ਜਿਹੜਾ ਪੰਜਾਬ 'ਚ ਉੱਥੋਂ 900 ਤੋਂ ਲੈ ਕੇ 1200 ਤਾਈਂ ਵਿਕਦਾ ਹੈ, ਇੱਥੇ ਆ ਕੇ 1800 ਨੂੰ ਵੇਚਣਾ। ਇਸ ਸਮੇਂ ਅਸੀਂ ਭਾਗੋ ਮਾਜਰੇ ਦੇ ਟੋਲ ਪਲਾਜ਼ੇ ਤੇ ਮੌਜੂਦ ਹਾਂ। ਸਾਡੇ ਨਾਲ ਸੀਨੀਅਰ ਆਗੂ ਮੇਹਰ ਸਿੰਘ ਥੇੜੀ ਜੀ ਨੇ। ਉਹਨਾਂ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਕਿ ਸਭ ਤੋਂ ਪਹਿਲਾਂ ਸਵਾਗਤ ਹੈ ਬਾਈ ਜੀ ਤੁਹਾਡਾ ਚੈਨਲ ਤੇ। ਤੁਸੀਂ ਥੇੜੀ ਸਾਹਿਬ ਜਿਹੜੀ ਹੁਣ ਧਰਨੇ ਲੱਗ ਰਹੇ ਨੇ, ਮੈਂ ਪਹਿਲਾ ਸਵਾਲ ਤੁਹਾਡੇ ਤੋਂ ਇਹ ਪੁੱਛੂੰਗਾ ਵੀ ਤੁਹਾਨੂੰ ਕੀ ਲੱਗਦਾ ਵੀ ਧਰਨਿਆਂ ਦੇ ਉੱਤੇ ਆ ਕੇ ਧਰਨੇ ਦੇ ਕੇ ਤੁਹਾਨੂੰ ਲੱਗਦਾ ਇਸ ਚੀਜ਼ ਦਾ ਕੋਈ ਹੱਲ ਨਿਕਲ ਜਾਊਗਾ? ਤੁਹਾਨੂੰ ਨਹੀਂ ਲੱਗਦਾ ਵੀ ਕੋਈ ਹੋਰ ਵੀ ਪ੍ਰਾਪਤੀ ਅੱਗੇ ਕੋਈ ਸਟੈਪ ਚੱਕਣਾ ਚਾਹੀਦਾ ਇਸ ਤੋਂ ਅੱਗੇ? ਦੇਖੋ, ਪਹਿਲੀ ਗੱਲ ਤਾਂ ਇਹ ਹੈਗੀ ਹੈ ਵੀ ਜੇ ਸਰਕਾਰ ਥੋੜ੍ਹੀ ਬਹੁਤੀ ਵੀ ਸੰਜੀਦਾ ਹੋਵੇ ਤਾਂ ਧਰਨੇ ਸਰਕਾਰ ਨੂੰ ਆਪਣਾ ਵਿਰੋਧ ਦਿਖਾਉਣ ਵਾਸਤੇ ਲਾਏ ਜਾਂਦੇ ਵੀ ਜੋ ਇਹ ਕਾਨੂੰਨ ਹੈ ਨਾ, ਪਹਿਲਾਂ ਆਰਡੀਨੈਂਸ ਕਹਿੰਦੇ ਸੀ, ਹੁਣ ਤਾਂ ਸੰਵਿਧਾਨ ਦਾ ਹਿੱਸਾ ਬਣ ਚੁੱਕਿਆ, ਕਾਨੂੰਨ ਬਣ ਗਏ। ਜਿਹੜੇ ਇਸ ਕੇਂਦਰ ਦੀ ਸਰਕਾਰ ਨੇ ਕਾਨੂੰਨ ਬਣਾਏ ਵੀ ਧੱਕੇ ਨਾਲ ਹੈ, ਕਿਉਂਕਿ ਲੋਕ ਸਭਾ 'ਚ ਬਹੁਤ ਗਿਣਤੀ ਹੈ, ਉਹ ਵੀ ਆਵਾਜ਼ ਨਾਲ ਵੋਟ ਨਾਲ ਪਾਸ ਕਰਾਇਆ। ਪਰ ਰਾਜ ਸਭਾ ਦੇ ਵਿੱਚ ਇਹਨਾਂ ਦੀ ਸਥਿਤੀ ਅਜਿਹੀ ਜੀ ਹੈ ਵੀ ਬੀਜੇਪੀ ਦੇ ਜਿਹੜੇ MP ਆ ਉਹ ਘੱਟ ਹੈ। MP ਸਾਹਿਬਾਨ ਘੱਟ ਹੋਣ ਦੇ ਬਾਵਜੂਦ ਇਹਨਾਂ ਨੇ ਵਿਰੋਧੀ ਪਾਰਟੀਆਂ ਦੇ 8 MPਆਂ ਨੂੰ ਡਿਸਕੁਆਲੀਫਾਈ ਕੀਤਾ, ਉਹਨੂੰ ਬਾਹਰ ਕੱਢਿਆ। ਬਾਅਦ ਵਿੱਚ ਆਵਾਜ਼ ਨਾਲ ਵੋਟ ਜੇ ਪਾਉਣੀ ਹੋਵੇ ਤਾਂ ਉਹਦੀ ਗਿਣਤੀ ਹੋਣੀ ਚਾਹੀਦੀ ਹੈ 2 ਲਾਈਨਾਂ ਦੇ ਵਿੱਚ, ਵੀ ਵੋਟ ਸਹੀ ਹੈ ਜਾਂ ਗਲਤ ਹੈ। ਪਰ ਇਹਨਾਂ ਨੇ ਧੱਕੇ ਦੇ ਨਾਲ ਐਲਾਨ ਕਰਕੇ ਉਹਨੂੰ ਕਾਨੂੰਨ ਦਾ ਰੂਪ ਦੇ ਦਿੱਤਾ, ਕਾਨੂੰਨ ਬਣਾ ਦਿੱਤਾ। ਆਪਾਂ ਪੰਜਾਬ ਦੇ ਲੋਕ ਖਾਸ ਤੌਰ ਤੇ ਕੁੱਲ ਇੰਡੀਆ ਦੇ ਲੋਕ ਇਹਦੇ ਨਾਲ ਸਹਿਮਤ ਹੈ, ਇਹਨਾਂ ਕਾਨੂੰਨਾਂ ਨੂੰ ਮਾੜਾ ਮੰਨਦੇ ਆ। ਉਹਨਾਂ ਦੇ ਵਿਰੁੱਧ ਆਪਾਂ ਅਜੇ ਸ਼ਾਂਤਮਈ ਢੰਗ ਦੇ ਨਾਲ ਇਹ ਧਰਨੇ ਮੁਜ਼ਾਹਰੇ ਕਰਕੇ ਸਰਕਾਰ ਨੂੰ ਆਪਣਾ ਵਿਰੋਧ ਜਤਾ ਰਹੇ ਹਾਂ ਵੀ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਲਓ। ਕਿਉਂਕਿ 53 ਸਾਲ ਹੋ ਗਏ ਜਿਹੜਾ ਮੰਡੀਕਰਨ ਦਾ ਢਾਂਚਾ ਪੰਜਾਬ 'ਚ ਚੱਲਦਾ ਹੈ। ਮੇਰਾ ਖਿਆਲ ਹੈ ਵੀ ਕੁੱਲ ਦੁਨੀਆ ਵਿੱਚ ਅਜਿਹੀ ਖਰੀਦ ਵੇਚ ਦਾ ਢਾਂਚਾ ਹੈ ਨਹੀਂ। ਅਸੀਂ ਲੋਕ ਖਾਸ ਤੌਰ 'ਤੇ ਪੰਜਾਬੀ, ਹਰਿਆਣੇ ਵਾਲੇ, ਅਸੀਂ ਕਹਿੰਦੇ ਹਾਂ ਵੀ ਜਦੋਂ ਸਾਨੂੰ ਉਹ ਢਾਂਚਾ ਪੁਰਾਣਾ ਹੀ ਮਨਜ਼ੂਰ ਹੈ, ਫਿਰ ਸਾਨੂੰ ਨਵੇਂ ਕਾਨੂੰਨਾਂ ਦੀ ਲੋੜ ਹੀ ਨਹੀਂ। ਧੱਕੇ ਨਾਲ ਕੇਂਦਰ ਸਰਕਾਰ ਕਿਉਂ ਦੇ ਰਹੀ ਹੈ? ਅਤੇ ਹੁਣ ਤੁਸੀਂ ਜਿਹੜਾ ਸਵਾਲ ਕੀਤਾ ਸੀ ਕਿ ਧਰਨਿਆਂ ਨਾਲ ਪ੍ਰਾਪਤੀ ਹੋਊ, ਜੇ ਸਰਕਾਰ ਸੰਜੀਦਾ ਹੈ, ਕਰੋੜਾਂ ਲੋਕ ਉਹਦਾ ਵਿਰੋਧ ਕਰਦੇ ਹੈ, ਤਾਂ ਸਾਨੂੰ ਧਰਨਿਆਂ ਨਾਲ ਪ੍ਰਾਪਤੀ ਹੋਣੀ ਚਾਹੀਦੀ ਹੈ। ਪਰ ਜੇ ਫਿਰ ਵੀ ਸਰਕਾਰ ਆਪਣੀ ਅੜੀ 'ਤੇ ਕਾਇਮ ਰਹਿੰਦੀ ਹੈ ਤਾਂ ਪੰਜਾਬ ਨੂੰ ਇਹ ਨਾ ਸਮਝ ਲਓ ਵੀ ਪੰਜਾਬ ਦਾ ਕਿਸਾਨ ਇੰਨਾ ਨਿਰਬਲ ਹੋ ਚੁੱਕਿਆ ਵੀ ਉਹ ਧਰਨੇ ਛੱਡ ਕੇ ਆਪਣੇ ਘਰਾਂ 'ਚ ਬਹਿ ਜਾਊਗਾ। ਇਹ ਉਹ ਗੁਰੂਆਂ ਦੀ ਬਰਸਾਈ ਹੋਈ ਧਰਤੀ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਕਿਰਤ ਕਰਨ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਨੇ ਤੱਤੀ ਤਵੀ 'ਤੇ ਬੈਠ ਕੇ, ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਦੇ ਵਿੱਚ ਆਪਣਾ ਸੀਸ ਦੂਜੇ ਧਰਮਾਂ ਲਈ ਕੁਰਬਾਨ ਕੀਤਾ, ਅਤੇ 10ਵੇਂ ਪਾਤਸ਼ਾਹ ਨੇ ਇੱਥੋਂ ਤੱਕ ਕਿਹਾ ਕਿ ਜੇ ਕੋਈ ਜ਼ੁਲਮ ਕਰਦਾ ਨਾ ਉਹ ਕੈਰ ਹੈ, ਜਿਹੜਾ ਜ਼ੁਲਮ ਸਾਹਿਬ ਸਹਿੰਦਾ ਹੈ ਉਹ ਤੋਂ ਵੀ ਵੱਡਾ ਕੈਰ ਹੈ। ਇਹ ਅਸੀਂ ਉਹਨਾਂ ਲੋਕਾਂ ਦੀ, ਉਹਨਾਂ ਗੁਰੂਆਂ ਦੀ ਔਲਾਦ ਹੈ, ਉਹਨਾਂ ਦੀ ਬਰਸਾਈ ਹੋਈ ਧਰਤੀ ਹੈ, ਤਾਂ ਅਸੀਂ ਇਸ ਜ਼ੁਲਮ ਨੂੰ ਸਹਾਂਗੇ ਨਹੀਂ। ਅੱਜ ਮੈਂ ਇਹ ਨਹੀਂ ਕਹਾਂਗਾ ਕਿ ਕਿੱਥੇ ਤੱਕ ਜਾਣਾ ਪਵੇ, ਜਿੱਥੇ ਤੱਕ ਵੀ ਜਾਣਾ ਪਿਆ
ਅਸੀਂ ਇਹਨਾਂ ਕਾਨੂੰਨਾਂ 'ਚ ਸੋਧ ਨਹੀਂ ਕਰਾਉਣੀ, ਕਾਨੂੰਨਾਂ ਨੂੰ ਵਾਪਸ ਕਰਾ ਕੇ ਹਟਾਂਗੇ। ਜਿਹੜੇ ਪੰਜਾਬੀ ਨੇ, ਆਪਾਂ ਕਹਿੰਦੇ ਨੇ ਸਿੱਖ ਕੌਮ ਹੈ, ਇਹ ਸ਼ੁਰੂ ਤੋਂ ਬਾਗੀ ਰਹੀ ਹੈ, ਕਿਉਂਕਿ ਜਿੰਨੇ ਵੀ ਦਿੱਲੀ ਦੇ ਨਾਲ ਸਾਡੇ ਮੁਕਾਬਲੇ ਹੋਏ ਨੇ, ਦਿੱਲੀ ਦੇ ਜਿੰਨੇ ਵੀ ਫੈਸਲੇ ਕੀਤੇ ਗਏ ਨੇ, ਹੁਣ ਤੋਂ ਨਹੀਂ ਬਹੁਤ ਸਾਲਾਂ ਪਹਿਲਾਂ ਤੋਂ ਵੀ ਜਿਹੜੀ ਇਹ ਪੰਜਾਬ ਤੋਂ ਕਿਤੇ ਨਾ ਕਿਤੇ ਦਿੱਲੀ ਸਰਕਾਰ ਹੈ, ਜਿਹੜੇ ਦਿੱਲੀ ਦੇ ਵਿੱਚ ਜਿਹੜੇ ਹੁਕੂਮਤ ਜਿਹੜੇ ਰਾਜੇ ਬੈਠੇ ਨੇ, ਉਹ ਕਿਤੇ ਨਾ ਕਿਤੇ ਮਾੜਾ ਮੰਨਦੇ ਨੇ, ਕਿਉਂਕਿ ਬਾਗੀ ਨੇ, ਕਿਉਂਕਿ ਇਹਨਾਂ ਨੇ ਮੁੜ ਤੋਂ ਹੀ ਇਹਨਾਂ ਦੇ ਜਿਹੜੇ ਫੈਸਲੇ ਇਹਨਾਂ ਨੂੰ ਨਕਾਰਿਆ ਆ। ਤੁਹਾਨੂੰ ਲੱਗਦਾ ਵੀ ਇਹ ਬਾਗੀਪਣਾ ਇਹ ਕੱਢ ਦੇਣਗੇ ਪੰਜਾਬੀਆਂ ਦੇ ਵਿੱਚੋਂ, ਸਿੱਖ ਕੌਮ ਦੇ ਵਿੱਚੋਂ ਕੱਢ ਪਾਉਣਗੇ? ਦੇਖੋ, ਸਿੱਖ ਇਹਨੂੰ ਮੈਂ ਬਾਗੀਪਣਾ ਨਹੀਂ ਕਹੂੰਗਾ। ਮੈਂ ਪਹਿਲਾਂ ਬੇਨਤੀ ਜਿਸ ਤਰ੍ਹਾਂ ਕੀਤੀ ਹੈ, ਅਸੀਂ ਜ਼ੁਲਮ ਨਹੀਂ ਸਹਿੰਦੇ, ਕਿਉਂਕਿ ਸੰਨ 47 ਤੋਂ ਪਹਿਲਾਂ ਅੰਗਰੇਜ਼ਾਂ ਕੋਲੋਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ 80% ਤੋਂ ਵੱਧ ਕੁਰਬਾਨੀ ਸਿਰਫ ਪੰਜਾਬੀ, ਖਾਸ ਤੌਰ 'ਤੇ ਸਿੱਖ ਕੌਮ ਨੇ ਦਿੱਤੀ। ਉਹੀ ਗੁਰੂਆਂ ਦੀ ਮਿਹਰਬਾਨੀ ਹੈ ਸਾਡੇ 'ਤੇ ਕਿ ਅਸੀਂ ਜ਼ੁਲਮ ਨਹੀਂ ਸਹਿਣਾ। ਲੋਕ ਕਾਲੇ ਪਾਣੀਆਂ 'ਚ ਗਏ, ਬੜੀਆਂ ਜਾਇਦਾਦਾਂ ਜ਼ਬਤ ਕਰਾਈਆਂ, ਕੋਈ ਵੀ ਸਜ਼ਾ ਐਸੀ ਨਹੀਂ ਜਿਹੜੀ ਪੰਜਾਬੀ ਸਿੱਖ ਨੂੰ ਉਸ ਵੇਲੇ ਨਾ ਮਿਲੀ ਹੋਵੇ, ਪਰ ਅਖੀਰ ਤਾਂ ਆਜ਼ਾਦੀ ਪ੍ਰਾਪਤੀ ਕਰਕੇ ਹਟੇ। ਸਰਦਾਰ ਭਗਤ ਸਿੰਘ, ਊਧਮ ਸਿੰਘ ਵਰਗੇ ਉਹ ਸਾਡੇ ਸ਼ਹੀਦ ਵੀ ਹੈਗੇ ਆ, ਜਿਨ੍ਹਾਂ ਨੇ ਆਪਣੀ ਛੋਟੀ ਉਮਰ ਦੇ ਵਿੱਚ, ਭਗਤ ਸਿੰਘ ਦੀ ਕੀ ਉਮਰ ਸੀ, 23 ਸਾਲ, ਉਹਨੇ ਕੁਰਬਾਨੀ ਦੇ ਦਿੱਤੀ। ਊਧਮ ਸਿੰਘ ਨੇ ਕਿੰਨਾ ਚਿਰ ਇੰਗਲੈਂਡ ਦੇ ਵਿੱਚ ਜਾ ਕੇ ਇੰਤਜ਼ਾਰ ਕਰਿਆ, ਪਰ ਉਹ ਜ਼ੁਲਮ ਦਾ ਬਦਲਾ ਤਾਂ ਲਿਆ ਨਾ। ਤੇ ਫਿਰ ਇਹ ਕਿਸ ਤਰ੍ਹਾਂ ਸੋਚਦੇ ਆ ਵੀ ਪੰਜਾਬੀਆਂ ਨੂੰ ਅਸੀਂ ਘਰਾਂ ਵਿੱਚ ਬਿਠਾ ਦੇਵਾਂਗੇ? ਜਿਵੇਂ ਹੁਣ ਭਗਤ ਸਿੰਘ ਦੀ ਗੱਲ ਕੀਤੀ, ਭਗਤ ਸਿੰਘ 23 ਸਾਲ ਦੀ ਉਮਰ ਇੱਕ ਬਹੁਤ ਵੱਡੀ ਸ਼ਹਾਦਤ ਦੇ ਗਿਆ ਸੀ, ਪਰ ਤੁਹਾਨੂੰ ਲੱਗਦਾ ਵੀ ਅੱਜ ਦਾ ਜਿਹੜਾ ਯੂਥ ਹੈ ਉਹ ਏਡੀ ਵੱਡੀ ਕੁਰਬਾਨੀ ਦੇਣ ਨੂੰ ਤਿਆਰ ਹੈ? ਦੇਖੋ, ਜਿਹੜਾ ਅੱਜ ਦਾ ਯੂਥ ਹੈ, ਬਦਨਾਮ ਪੰਜਾਬ ਨੂੰ ਬੜਾ ਕੀਤਾ ਗਿਆ ਹੈ, ਪਰ ਅੱਜ ਦੇ ਧਰਨਿਆਂ ਵਿੱਚ ਦੇਖੋ ਸਮੂਲੀਅਤ ਵੱਧ ਕੀਤੀ ਹੈ, ਯੂਥ ਨੂੰ ਅਕਲ ਆ ਚੁੱਕੀ ਹੈ। ਜਿਹੜੇ ਸਾਡੀ ਉਮਰ ਦੇ ਲੋਕ ਆ, ਅਸੀਂ ਤੁਹਾਡੇ ਸਾਥ ਦੋ ਬੰਦੇ ਖੜੇ ਹੈ, ਅਸੀਂ ਆਪਣੇ ਵਾਸਤੇ ਲੜਾਈ ਨਹੀਂ ਲੜਦੇ, ਇਹ ਤੁਹਾਡੇ ਵਰਗੇ ਯੂਥ ਵਾਲਿਆਂ ਵਾਸਤੇ ਲੜਦੇ ਆ ਕਿ ਆਪਣੇ ਖੇਤਾਂ ਵਿੱਚ ਤੁਸੀਂ ਨੌਕਰ ਬਣ ਕੇ ਹੱਥਾਂ 'ਚ ਡੱਬੇ ਫੜ ਕੇ, ਜਿਸ ਤਰ੍ਹਾਂ ਕੈਨੇਡਾ ਦੇ ਵਿੱਚ, ਆਸਟ੍ਰੇਲੀਆ 'ਚ ਜਾ ਕੇ ਦਿਹਾੜੀ ਕਰਦੇ ਆ ਨਾ, ਆਪਣੇ ਖੇਤਾਂ 'ਚ ਦਿਹਾੜੀ ਕਰੋਗੇ। ਸਾਡਾ ਯੂਥ ਉਹ ਸਮਝ ਚੁੱਕਿਆ, ਕਿਉਂਕਿ ਬਾਹਰਲੇ ਮੁਲਕਾਂ ਨੂੰ, ਖਾਸ ਤੌਰ 'ਤੇ ਅਰਬ ਦੇਸ਼ਾਂ ਨੂੰ ਜਿਹੜਾ ਸਾਡਾ ਯੂਥ ਜਾਂਦਾ ਹੈ, ਉਹ ਕਿਹੜੀ ਮੁਸ਼ਕਿਲ ਆ, ਔਖੀ ਤੋਂ ਔਖੀ, ਜਿਹੜੀ ਉੱਥੇ ਮੁਸ਼ੱਕਤ ਨਹੀਂ ਕਰਦਾ, ਦਿਹਾੜੀ ਕਰਦਾ। ਜਿਹੜਾ ਥੋੜ੍ਹਾ ਜਿਹਾ ਯੂਰਪ ਵਿੱਚ ਚਲੇ ਗਿਆ, ਦਿਹਾੜੀ ਉਹ ਵੀ ਕਰਦਾ, ਉਹਨੂੰ ਥੋੜ੍ਹੀ ਜਿਹੀ ਸੌਖੀ ਦਿਹਾੜੀ ਮਿਲਦੀ ਹੈ। ਅਤੇ ਉਹ ਯੂਥ ਸਾਡਾ ਸਮਝ ਚੁੱਕਿਆ ਵੀ ਬਾਹਰਲੇ ਮੁਲਕਾਂ 'ਚ ਦਿਹਾੜੀ ਕਰਨ ਨਾਲੋਂ ਆਪਣੀ ਇੱਥੇ ਪੰਜਾਬ ਦੇ ਵਿੱਚ ਆਪਣੀ ਕਿਰਤ ਨੂੰ ਕਿਉਂ ਨਾ ਬਚਾ ਲਈਏ, ਆਪਣੇ ਖੇਤਾਂ 'ਚ ਕਿਉਂ ਨਾ ਕਿਰਤ ਨੂੰ ਆਪਾਂ ਸਾਂਭ ਲਈਏ, ਉਹ ਸਮਝ ਚੁੱਕਿਆ। ਅਤੇ ਮੈਨੂੰ ਉਮੀਦ ਵੀ ਪੂਰੀ ਹੈ ਵੀ ਪੰਜਾਬ ਦਾ ਯੂਥ ਇਹ ਪ੍ਰਾਪਤੀ ਕਰਕੇ ਹੀ ਹਟੂਗਾ। ਜਿਵੇਂ ਬਾਹਰਲੀ ਮੁਲਕਾਂ ਦੀ ਤਾਂ ਗੱਲ ਕਰ ਲਈ, ਜਿਵੇਂ ਬਾਹਰਲੇ ਕੈਨੇਡਾ ਦੇ ਵਿੱਚ ਜਾ ਕੇ ਲੋਕ ਆਪਣਾ ਯੂਥ ਜਾਂਦਾ ਹੈ। ਜੇ ਮੈਂ ਇੰਡੀਆ ਦੀ ਹੀ ਗੱਲ ਕਰ ਲਾਂ, ਬਾਹਰ ਜਿਹੜਾ ਮੁਲਕ ਹੈ ਯੂਪੀ, ਬਿਹਾਰ ਦੇ ਜਿਹੜੇ ਆਪਾਂ ਕਹਿ ਦਿੰਦੇ ਹਾਂ ਅਕਸਰ ਜਿਹੜੇ ਪ੍ਰਵਾਸੀ ਆਏ ਨੇ, ਜਿਵੇਂ ਆਪਾਂ ਜਿਹਨਾਂ ਨੂੰ ਭਈਏ ਕਹਿ ਦਿੰਦੇ ਹਾਂ, ਇੱਥੇ ਆ ਕੇ ਆਪਣੇ ਨਾਲ ਮਜ਼ਦੂਰੀ ਕਰਦੇ ਨੇ, ਖੇਤੀ ਕਰਦੇ ਨੇ। ਕਈ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਅਤੇ ਕਈਆਂ ਦੇ ਕੋਲ ਪਿਛੋਕੜ ਦੇ ਵਿੱਚ ਕਈਆਂ ਕੋਲ 12-12, 13-13 ਕਿੱਲੇ ਵੀ ਨੇ, ਜਿਹੜੇ ਇੱਥੇ ਆ ਕੇ ਮਜਬੂਰਨ ਤੌਰ 'ਤੇ ਇੱਥੇ ਲੇਬਰ ਕਰਨ 'ਤੇ ਮਜਬੂਰ ਹੋਏ ਨੇ, ਕਿਉਂਕਿ ਉੱਥੇ ਜਿਹੜਾ ਇਹ ਕਾਨੂੰਨ ਸੀਗਾ ਕਾਫੀ ਪਹਿਲਾਂ ਇਹਨਾਂ ਨੇ ਲਾਗੂ ਕਰ ਦਿੱਤਾ ਗਿਆ ਸੀ। ਤੁਹਾਨੂੰ ਲੱਗਦਾ ਵੀ ਜਿਹੜਾ ਇਹ ਵਰਤਾਰਾ ਹੈ ਜਿਹੜਾ ਸਾਰਾ, ਇਹ ਪੰਜਾਬੀ ਕਿਸਾਨ ਨਾਲ ਵੀ ਹੋਣ ਜਾ ਰਿਹਾ ਹੈ? ਦੇਖੋ, 2006 ਦੇ ਵਿੱਚ ਬਿਹਾਰ 'ਚ ਇਹ ਕਾਨੂੰਨ ਬਣਿਆ, ਮੰਡੀਕਰਨ ਟੁੱਟਿਆ ਸੀ। ਉਹ ਲੋਕ ਪੰਜਾਬ ਮੰਗਣ ਸੰਗਠਨ ਹੋ ਕੇ ਲੜਾਈ ਨਹੀਂ ਲੜ ਸਕੇ। ਉਹਨਾਂ ਦੀ ਹਾਲਤ ਜਿਹੜੀ ਖਰਾਬ ਹੋਈ ਹੈ, ਜਿਹੜਾ ਤੁਸੀਂ ਸਵਾਲ ਕੀਤਾ ਕਿ ਉਹ ਪੰਜਾਬ ਵਿੱਚ, ਉਹ ਪੰਜਾਬ ਨੂੰ ਕੈਨੇਡਾ ਸਮਝ ਕੇ ਪੰਜਾਬ 'ਚ ਆਉਂਦੇ ਹੈ, ਕਿਉਂਕਿ ਉਹ ਆਰਥਿਕ ਤੌਰ 'ਤੇ ਇੰਨਾ ਪੈਸਾ ਖਰਚਣ ਦੇ ਕਾਬਲ ਨਹੀਂ ਵੀ ਯੂਰਪ ਅਮਰੀਕਾ ਜਾ ਸਕਣ। ਉਹਨਾਂ ਦੇ ਵਾਸਤੇ ਪੰਜਾਬ ਕੈਨੇਡਾ। ਪਰ ਉਹ ਇੱਥੋਂ ਜ਼ਮੀਨਾਂ ਵਾਲੇ ਦਿਹਾੜੀ ਕਿਉਂ ਆਉਂਦੇ ਆ? ਜੇ ਉਹਨਾਂ ਦੀ ਜ਼ਮੀਨ ਉਹਨਾਂ ਨੂੰ ਸਾਲ ਭਰ ਢਿੱਡ ਭਰ ਕੇ ਰੋਟੀ ਨਹੀਂ ਦੇ ਸਕਦੀ, ਉਹਦਾ ਕਾਰਨ ਤੁਹਾਡੇ ਸਾਹਮਣੇ ਇਸ ਐਜੀਟੇਸ਼ਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਪਹਿਲੇ ਦਿਨਾਂ ਦੇ ਵਿੱਚ ਕੁਝ ਸਮਗਲਰ ਲੋਕ ਹੁੰਦੇ ਆ, ਜੋ ਸਾਡੇ ਪੰਜਾਬ ਵਿੱਚ ਵੀ ਹੈਗੇ। ਉਹਨਾਂ ਨੇ ਟਰਾਲੇ ਭਰ ਕੇ ਝੋਨੇ ਦੇ ਯੂਪੀ ਤੋਂ, ਬਿਹਾਰ ਤੋਂ, ਉੱਤਰਾਖੰਡ ਤੋਂ ਪੰਜਾਬ 'ਚ ਆਉਣੇ ਸ਼ੁਰੂ ਹੋਏ। ਸੈਂਕੜਿਆਂ ਦੀ ਗਿਣਤੀ 'ਚ ਫੜੇ ਗਏ। ਜਿਹੜੇ ਮੰਡੀਆਂ 'ਚ ਜਾ ਕੇ ਤੁਲ ਗਏ, ਉਹਨਾਂ ਦਾ ਸਾਨੂੰ ਪਤਾ ਨਹੀਂ ਕਿੰਨੇ ਖੋਏ ਆ। ਉਹ ਝੋਨਾ ਜਿਹੜਾ ਪੰਜਾਬ 'ਚ ਉੱਥੋਂ 900 ਤੋਂ ਲੈ ਕੇ 1200 ਤਾਈਂ ਵਿਕਦਾ ਹੈ, ਇੱਥੇ ਆ ਕੇ 1800 ਨੂੰ ਵੇਚਣਾ। ਉਹੀ ਕਾਰਨ ਹੈ ਉਹਨਾਂ ਲੋਕਾਂ ਦਾ ਇੱਥੇ ਆਉਣ ਦਾ, ਜ਼ਮੀਨ ਵਾਲਿਆਂ ਦਾ। ਉਹਨਾਂ ਦੇ 1200 ਨੂੰ ਜਾਂ 1000 ਨੂੰ, 800 ਨੂੰ ਵੇਚ ਕੇ ਜਦੋਂ ਰੋਟੀ ਪੂਰੀ ਨਹੀਂ ਹੁੰਦੀ ਤਾਂ ਉਹਨਾਂ ਨੂੰ ਪੰਜਾਬ 'ਚ ਆਉਣਾ ਪੈਂਦਾ। ਇੱਕ ਮੈਂ ਮਿਸਾਲ ਦੇਣੀ ਚਾਹੂੰਗਾ ਵੀ ਆਲੂ ਹੈ, ਅਸੀਂ 5 ਤੋਂ 7 ਰੁਪਏ ਕਿਲੋ ਨੂੰ ਵੇਚ ਦਿੰਦੇ ਹਾਂ। ਉਹਨੂੰ ਛੋਟਾ ਵਪਾਰੀ ਖਰੀਦਦਾ, ਨਾ ਕਿ ਅਡਾਨੀਆਂ ਵਾਨੀਆਂ ਵਰਗੇ ਉਹ ਸਟੋਰਾਂ 'ਚ ਪਏ ਹੈ। ਅੱਜ ਆਲੂ ਦਾ ਰੇਟ ਖਾਣ ਵਾਲੇ ਨੂੰ ਮੇਰਾ ਖਿਆਲ ਆ ਵੀ 30 ਤੋਂ 40 ਰੁਪਏ ਨੂੰ ਮਿਲਦਾ।
ਜੇ ਅਨਾਜ ਹੈ, 3 ਤਾਂ ਮੇਰਾ ਖਿਆਲ ਆ ਸਟੋਰ ਇਹੋ ਜਿਹੇ ਬਣ ਚੁੱਕੇ ਆ ਜਿਨ੍ਹਾਂ 'ਚ 50,000 ਮੀਟ੍ਰਿਕ ਟਨ ਅਨਾਜ ਇੱਕੋ ਸਟੋਰ ਦੇ ਵਿੱਚ ਜਮ੍ਹਾਂ ਹੋ ਸਕਦਾ ਹੈ ਆਟੋਮੈਟਿਕਲੀ। ਕੋਈ ਮਜ਼ਦੂਰ ਦੀ ਲੋੜ ਨਹੀਂ, ਕਿਸੇ ਦੀ ਲੋੜ ਨਹੀਂ। ਜਦੋਂ ਉਹ ਅਨਾਜ ਜਾ ਕੇ 2 ਜਾਂ 3 ਜਾਂ 5 ਲੋਕਾਂ ਕੋਲ ਜਮ੍ਹਾਂ ਹੋ ਗਿਆ, ਆਲੂ ਵਾਲਾ ਮਸਲਾ ਉੱਥੇ ਖੜਾ ਹੋ ਜਾਊਗਾ। ਅਸੀਂ ਆਪਣੇ ਪੰਜਾਬੀਆਂ ਨੂੰ ਖਬਰਦਾਰ ਕਰਦੇ ਹਾਂ ਵੀ ਜਿਹੜੀ 15 ਰੁਪਏ ਨੂੰ ਸਾਤੇ ਖਰੀਦਣਗੇ ਜਾਂ 12 ਰੁਪਏ ਨੂੰ ਖਰੀਦਣਗੇ, ਉਹ ਖਾਣ ਵਾਲੇ ਨੂੰ 40 ਤੋਂ ਘੱਟ ਨਹੀਂ ਮਿਲਣੀ। ਪੰਜਾਬੀਓ ਸਮਝ ਜਾਓ, ਉਹ ਮਿਸਾਲ ਦਿੱਤੀ ਹੈ ਮੈਂ ਤੁਹਾਨੂੰ। ਇਸ ਕਰਕੇ ਪੰਜਾਬੀ ਇਸ ਚੀਜ਼ ਨੂੰ ਸਾਰੇ ਹੀ ਸਮਝ ਚੁੱਕੇ ਹੈ ਅਤੇ ਪੰਜਾਬ ਇੱਕ ਮੁੱਠ ਹੋ ਕੇ ਅੱਜ ਮੈਨੂੰ ਲੱਗਦਾ ਹੈ ਵੀ BJP ਦੇ 2 ਜਾਂ 3 MLA ਜਾਂ 15-20 ਲੀਡਰ ਆ ਸੀਨੀਅਰ, ਕਿਉਂਕਿ ਜਿਹੜੇ ਬਲਾਕ ਡਿਸਟ੍ਰਿਕਟ ਲੈਵਲ ਦੇ ਆ ਉਹ ਤਾਂ ਅੱਧਕ ਛੱਡ ਕੇ ਸਾਡੇ ਵਿਚਾਰ ਵਾਲੇ ਆ, ਅਤੇ ਆਸ ਹੈ ਮੈਨੂੰ ਵੀ ਜਿਹੜੇ ਰਹਿੰਦੇ ਆ ਉਹ ਵੀ ਆ ਜਾਣਗੇ। ਬਾਕੀ ਇਹ 20-25 ਬੰਦੇ ਜਿਹੜੇ ਕਹੀ ਜਾਂਦੇ ਆ ਕਾਨੂੰਨ ਵਧੀਆ, ਇਹ ਕਿਸੇ ਪੰਜਾਬ ਦੇ ਪਿੰਡ ਵਿੱਚ ਵੜ ਕੇ ਕਿਸੇ ਕਿਸਾਨ ਦੇ ਨਾਲ ਗੱਲ ਕਰਕੇ ਉਹਨੂੰ ਸਮਝਾ ਕੇ ਉਹ 'ਤੇ ਇਹ ਤਾਂ ਕਹਾ ਦੇਣ ਵੀ ਕਾਨੂੰਨ ਵਧੀਆ। ਕੋਈ ਇੱਕ ਬੰਦਾ ਪੰਜਾਬ ਸਾਬਤ ਕਰ ਦੇਣ ਕਿਸਾਨ ਜਿਹੜੇ ਪਿੰਡ ਵਿੱਚ ਜਾ ਕੇ ਇਹਨਾਂ ਨੇ ਸਮਝਾ ਕੇ ਉਹਦੇ ਮੂੰਹੋਂ ਕਹਾਤਾ ਹੋਵੇ ਵੀ ਇਹ ਕਾਨੂੰਨ ਲਾਗੂ ਹੋ ਜਾਣ ਤੋਂ ਕਿਸਾਨ ਬਚੂਗਾ। ਪਰ ਕਈ ਵੀ ਇੱਥੇ ਮੈਂ ਸਵਾਲ ਕਰੂੰਗਾ, ਜਿਹੜੇ ਪਠਾਨਕੋਟ ਏਰੀਏ ਦੇ ਜਿਹੜੇ ਕਿਸਾਨ ਨੇ ਨਾ, ਉਹ ਕਿਤੇ ਨਾ ਕਿਤੇ BJP ਨੇ ਇੱਕ ਕਿਸਾਨ ਸਮਰਥਨ ਰੈਲੀ ਕੱਢੀ ਸੀ ਜੋ ਕਿ ਇਹ ਕਾਨੂੰਨਾਂ ਨੂੰ ਲੈ ਕੇ, ਜਿਵੇਂ ਇੱਥੇ ਵਿਰੋਧ ਦੇ ਵਿੱਚ ਕਿਸਾਨ ਆਪਣਾ ਰੋਸ ਪ੍ਰਗਟ ਕਰ ਰਿਹਾ ਹੈ। ਪਠਾਨਕੋਟ ਦੇ ਵਿੱਚ ਇਹਦੇ ਸਮਰਥਨ ਨੂੰ ਲੈ ਕੇ ਰੈਲੀ ਕੱਢੀ ਗਈ ਸੀ। ਉੱਥੇ ਦਾ ਕਿਸਾਨ ਨਹੀਂ, ਉੱਥੇ ਦੇ ਕਿਸਾਨ ਨੂੰ ਨਹੀਂ ਸਮਝ ਆ ਰਹੀ ਵੀ ਜਿਹੜੇ ਬਿੱਲ ਨੇ ਇਹ ਵਿਰੋਧ ਦੇ ਵਿੱਚ ਨੇ, ਉਹਨਾਂ ਦੇ ਸਮਰਥਨ ਦੇ ਵਿੱਚ ਜਾ ਕੇ ਰੈਲੀਆਂ ਦੇ ਵਿੱਚ ਉਹਨਾਂ ਦਾ ਸਾਥ ਦੇ ਰਹੇ ਸੀ। ਦੇਖੋ, ਇਹਦਾ ਮੈਂ ਤੁਹਾਨੂੰ ਜਿਹੜਾ ਜਵਾਬ ਦਊਂਗਾ ਨਾ, ਬਈ ਕੋਈ ਕਿਸਾਨ ਟਰੈਕਟਰ ਲੈ ਕੇ ਇਹਨਾਂ ਦੀ ਰੈਲੀ ਵਿੱਚ ਨਹੀਂ ਜਾਂਦਾ। ਜਿਹੜੇ ਟਰੈਕਟਰ ਆ ਉਹ ਠੇਕੇਦਾਰਾਂ ਦੇ ਆ, ਇਹਨਾਂ ਦੇ ਆਪਣੇ ਠੇਕੇਦਾਰ ਹੈ। ਉਹਨਾਂ ਤੋਂ 5-7-10 ਟਰੈਕਟਰ ਮੰਗ ਕੇ 2-4 ਠੇਕੇਦਾਰਾਂ ਤੋਂ ਉਹਨਾਂ ਦੇ ਉੱਤੇ ਦਿਹਾੜੀਦਾਰਾਂ ਨੂੰ ਬਿਠਾ ਕੇ ਤੁਸੀਂ ਉਹਨਾਂ ਨੂੰ ਕਿਸਾਨ ਨਹੀਂ ਕਹਿ ਸਕਦੇ। ਜੇ ਪੰਜਾਬ 'ਚ ਹਿੰਮਤ ਹੈ, ਮੈਂ ਇਹਨਾਂ ਨੂੰ ਚੈਲੰਜ ਕਰਦਾ ਵੀ ਕਿਸੇ ਪਿੰਡ ਵਿੱਚ ਆ ਕੇ ਰੈਲੀ ਕੱਢ ਕੇ ਤਾਂ ਦਿਖਾਉਣ ਵੀ ਇਹਦੇ ਤੇ ਨਾਲ ਕਿਸਾਨ ਕਿੰਨੇ ਆ, ਜਾਂ ਲਿਸਟ ਬਣਾ ਕੇ ਸਾਨੂੰ ਦੇ ਦੇਣ ਵੀ ਫਲਾਣੇ ਪਿੰਡ ਵਿੱਚੋਂ ਇੰਨੇ ਕਿਸਾਨ ਸਾਡੇ ਨਾਲ ਟਰਾਲੀਆਂ 'ਤੇ ਚੜ੍ਹੇ ਆ। ਇਹ ਤਾਂ ਬਿਲਕੁਲ ਦਿਖਾਵੇ ਦੀਆਂ ਗੱਲਾਂ ਹੈ। ਜਿੱਕਣ ਪਹਿਲਾਂ 2-4 ਵਾਰ ਹੋ ਚੁੱਕਿਆ, ਜਿੱਥੇ ਵੀ ਇਹ ਕਾਨਫਰੰਸ ਕਰਨੀ ਚਾਹੁੰਦੇ ਆ, ਕੋਈ ਪੰਜਾਬ 'ਚ ਹੋਈ? ਤੁਸੀਂ ਦੱਸੋ ਮੈਨੂੰ ਕੋਈ ਹੋਈ? ਆ ਥੋੜ੍ਹੇ ਦਿਨ ਪਹਿਲਾਂ ਰਤਨ ਕਾਲਜ ਦੇ ਵਿੱਚ ਜਤਿੰਦਰ ਤੋਮਰ, ਸਤਿਕਾਰਯੋਗ ਖੇਤੀ ਮੰਤਰੀ ਹੈ ਸਾਡਾ ਇੰਡੀਆ ਦਾ, ਉਹਨੇ ਇੱਥੇ ਆ ਕੇ BJP ਵਾਲੇ ਜ਼ਿਲ੍ਹਾ ਮੋਹਾਲੀ ਦੇ ਆਗੂਆਂ ਨੂੰ ਬੁਲਾ ਕੇ ਇੱਕ ਕਾਨਫਰੰਸ ਕਰਕੇ ਪ੍ਰੈਸ ਕਾਨਫਰੰਸ ਕਰਨੀ ਸੀ। ਸਾਨੂੰ ਕਿਸੇ ਸੱਜਣ ਨੇ, ਕਿਸੇ ਦੋਸਤ ਮਿੱਤਰ ਨੇ ਫੋਨ ਕਰਿਆ ਕਿ ਉਹ 11:30 ਵਜੇ ਉੱਥੇ ਆ ਰਿਹਾ। ਐਸੇ ਪਲਾਜੇ ਤੋਂ ਉੱਠ ਕੇ ਅਸੀਂ 5-4 ਸਾਡੇ ਕੋਲ ਉਸ ਵੇਲੇ ਜਿੰਨੀਆਂ ਕੁ ਗੱਡੀਆਂ ਸੀ, ਇੱਕ ਮੇਰੇ ਵੀਰਾਂ ਦੀ ਟਰਾਲੀ ਸੀ ਨਾਗ ਦੇ ਪਿੰਡ ਦੀ ਹਸਨਪੁਰ ਬਦਨਪੁਰ ਤੋਂ, ਉਹ ਟਰਾਲੀ 'ਚ ਬੈਠ ਕੇ ਜਿੰਨੇ ਜਾ ਸਕੇ, ਕੁਛ ਅਸੀਂ ਜੀਰਕਪੁਰ ਸਾਈਡ 'ਤੇ ਆਪਣੇ ਕਿਸਾਨ ਵੀਰ ਟੋਲ ਪਲਾਜ਼ਿਆਂ ਤੋਂ ਬੁਲਾ ਲਏ। ਜਦੋਂ ਅਸੀਂ ਉੱਥੇ ਇਹਨਾਂ ਦਾ ਵਿਰੋਧ ਸ਼ੁਰੂ ਕੀਤਾ, ਧਰਨਾ ਲਾਇਆ, ਨਾਅਰੇਬਾਜ਼ੀ ਕੀਤੀ, ਸਪੀਕਰ ਲੱਗਿਆ, ਮੈਨੂੰ ਸਮਝ ਨਹੀਂ ਲੱਗੀ ਵੀ ਕਿੱਥੇ BJP ਵਾਲੇ ਕਿਹੜੇ ਰਸਤੇ ਗਏ, ਕਿੱਥੇ ਨੂੰ ਗਏ, ਅਤੇ ਉਹ ਕਾਨਫਰੰਸ ਰਹਿ ਗਈ। ਫਿਰ ਜੇ ਕਿਸਾਨ ਇਹਨਾਂ ਦੇ ਹੱਕ ਵਿੱਚ ਹੈ ਤਾਂ ਇਹ ਉਸ ਦੀਆਂ ਕਾਨਫਰੰਸਾਂ ਸਰੇਆਮ ਕਿਉਂ ਨਹੀਂ ਕਰਦੇ? ਉੱਥੇ ਦੱਸਣ ਸਾਨੂੰ। ਅਤੇ ਕਿਸਾਨ ਜੇ ਕਿਸਾਨ ਨੂੰ ਵਧੀਆ ਹੈ, ਮੈਂ ਕਹਿੰਦਾ ਮੈਂ ਇਹਨਾਂ ਨਾਲ ਮੀਟਿੰਗ ਕਰਨ ਨੂੰ ਤਿਆਰ ਹੈ, ਮੈਨੂੰ ਸਮਝਾ ਦੇਣ, ਮੈਂ ਇਹਨਾਂ ਦਾ ਸਮਰਥਕ ਬਣ ਜਾਊਂਗਾ ਵੀ ਕਾਨੂੰਨ ਵਧੀਆ। ਫਿਰ ਇਹਨਾਂ ਨੇ 31 ਕਿਸਾਨ ਜਥੇਬੰਦੀਆਂ ਨੂੰ ਅੱਜ ਤੋਂ ਕੁਛ ਦਿਨ ਪਹਿਲਾਂ ਸੱਦਾ ਦਿੱਤਾ ਸੀ। ਕੋਈ ਗਰਗ ਸਾਹਿਬ ਹੈ ਖੇਤੀ ਸੈਕਟਰੀ, ਉਹਨੇ ਆਪਣੇ, ਮੈਂ ਤੁਹਾਨੂੰ ਪਰਸਨਲ ਤੌਰ 'ਤੇ ਮਿਲਣਾ ਚਾਹੁੰਦਾ ਹੈ। ਉਹ ਖਤ ਮੇਰੇ ਕੋਲ ਮੌਜੂਦ ਹੈ ਕਿਉਂਕਿ ਮੈਂ ਵੀ ਮੀਟਿੰਗਾਂ ਜਾਂਦਾ ਰਹਿੰਦਾ। ਉਹਦਾ ਆਪਾਂ ਜਦੋਂ ਹੇਠਲੀ ਲਾਈਨ ਪੜ੍ਹੀ, ਉਹਨੇ ਉਹਦੇ ਵਿੱਚ ਲਿਖਿਆ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਕਾਨੂੰਨ ਬਹੁਤ ਵਧੀਆ ਹੈ। ਜਦੋਂ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕੀਤੀ, ਉਹਨੂੰ ਨਕਾਰ ਦਿੱਤਾ ਵੀ ਆਪਾਂ ਦਿੱਲੀ ਨਹੀਂ ਜਾਣਾ। ਚੰਗਾ ਹੋਇਆ। ਉਸ ਤੋਂ ਦੂਜੇ ਦਿਨ ਇੱਕ ਚਿੱਠੀ ਉਸੇ ਗਰਗ ਵੱਲੋਂ ਫੇਰ ਆ ਗਈ, ਉਹਦੇ ਵਿੱਚ ਲਿਖਿਆ ਹੈ ਵੀ ਕੇਂਦਰ ਸਰਕਾਰ ਤੁਹਾਡੀ ਜਥੇਬੰਦੀਆਂ ਨਾਲ ਮਿਲਣਾ ਚਾਹੁੰਦੀ ਹੈ, ਗੱਲ ਕਰਨਾ ਚਾਹੁੰਦੀ ਹੈ। ਸਾਡੀਆਂ ਜਥੇਬੰਦੀਆਂ ਨੇ ਇਹ ਸਮਝ ਕੇ ਕਿ ਜੇ ਆਪਾਂ ਗੱਲਬਾਤ ਤੋਂ ਭੱਜਦੇ ਹਾਂ ਤਾਂ ਲੋਕਾਂ ਵਿੱਚ, ਬਾਹਰਲੀਆਂ ਕੰਟਰੀਆਂ ਵਿੱਚ ਇਹ ਜਾਊਗਾ ਵੀ ਅੜੇ ਬੈਠੇ ਆ ਕਿਸਾਨ, ਗੱਲ ਨਹੀਂ ਕਰਨੀ ਚਾਹੁੰਦੇ। ਸਾਡੀਆਂ 30-31 ਜਥੇਬੰਦੀਆਂ ਦਿੱਲੀ ਚਲੇ ਗਈਆਂ। ਜਦੋਂ ਉਸੇ ਕ੍ਰਿਸ਼ੀ ਭਵਨ 'ਚ ਜਿਹੜਾ ਕਮਰਾ ਨੰਬਰ ਦੱਸਿਆ ਉੱਥੇ ਗਏ ਤਾਂ ਉੱਥੇ ਅੰਦਰ ਕੌਣ? ਉਹੀ ਤੋਮਰ,
ਆਉਣਾ ਚਾਹੀਦਾ ਸੀ ਨਾ ਖੇਤੀ ਮੰਤਰੀ ਤੋਮਰ ਸਾਹਿਬ ਨੂੰ, ਉਹ ਨਹੀਂ ਆਇਆ ਉਹੀ ਗਰਗ ਸੈਕਟਰੀ ਆਪਣੇ ਹੋਰ ਹਮ ਰੁਤਬਾ ਨੂੰ ਲਈ ਬੈਠਾ। ਤਾਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਦੇਖ ਕੇ ਉਹਦਾ ਬਾਈਕਾਟ ਕੀਤਾ, ਉਹਨੂੰ ਮੰਗ ਪੱਤਰ ਦਿੱਤਾ ਵੀ ਆਹ ਸਰਕਾਰ ਕੋਲ ਪਹੁੰਚਾ ਦੇ, ਅਸੀਂ ਤੇਰੇ ਨਾਲ ਗੱਲ ਨਹੀਂ ਕਰਨੀ। ਅਤੇ ਉੱਥੋਂ ਇਹ ਵੀ ਕਹਿ ਕੇ ਆਏ ਹੈ ਵੀ ਮੁੜ ਕੇ ਅਸੀਂ ਦਿੱਲੀ ਗੱਲਬਾਤ ਕਰਨ ਨਹੀਂ ਆਉਣਾ, ਜੇ ਗੱਲਬਾਤ ਕੋਈ ਕਰਨੀ ਆ ਤਾਂ ਚੰਗੀ ਕਰ ਲਓ, ਨਹੀਂ ਤਾਂ ਅਸੀਂ ਇੱਕੋ ਇੱਕ ਮੰਗ ਹੈ, ਗੱਲ ਨਹੀਂ ਕਰਨੀ, ਅਸੀਂ ਮੰਗ ਹੈ ਸਾਡੀ ਵੀ ਉਹ ਕਾਲੇ ਕਾਨੂੰਨਾਂ ਨੂੰ ਵਾਪਸ ਲੈ ਲਓ। ਉਹ ਸਾਡੀ ਕਿਤੇ ਨਾ ਕਿਤੇ ਲੱਗਦਾ ਨਹੀਂ ਜਿਵੇਂ ਉਹਨਾਂ ਨੇ ਮੰਗ ਪੱਤਰ ਜਿਵੇਂ ਤੁਹਾਨੂੰ ਭੇਜਿਆ ਸੀਗਾ ਵੀ ਜਿਹੜੇ ਚੰਗੇ ਨੇ ਕਾਨੂੰਨ ਚੰਗੇ ਨੇ, ਵੀ ਸ਼ਾਇਦ ਕਿਤੇ ਨਾ ਕਿਤੇ ਜਿਹੜੀ ਯੂਨਿਟੀ ਹੈ ਜਿਹੜੀ ਏਕਾ ਆ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ। ਇਹ ਸਰਕਾਰਾਂ ਕਰਦੀਆਂ ਹੀ ਹੁੰਦੀਆਂ, ਪਰ ਪੰਜਾਬ ਦੀ ਕਿਸਾਨ ਜਥੇਬੰਦੀਆਂ, ਪੰਜਾਬ ਦਾ ਬੱਚਾ ਚਾਹੇ ਕੋਈ ਸਿਆਸੀ ਪਾਰਟੀ ਹੈ, ਉਹਨਾਂ ਦੀ ਆਪਸ ਵਿੱਚ ਵੋਟਾਂ ਵਾਸਤੇ ਖਹਿਬਾਜ਼ੀ ਚੱਲਦੀ ਹੋ ਰਹਿੰਦੀ ਹੈ, ਔਰ ਹੁਣ ਵੀ ਚੱਲਦੀ ਹੈ, ਅੰਦਰੋਂ ਗਤੀ ਚਲਾਈ ਜਾਣ। ਪਰ ਕਿਸਾਨ ਸੰਘਰਸ਼ ਦੇ ਵਿੱਚ ਹਰ ਸਿਆਸੀ ਪਾਰਟੀ ਸਰਕਾਰ ਤੋਂ ਲੈ ਕੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਦੀ ਹੈ। ਉਹ ਆਉਂਦੇ ਹੈ ਸਾਡੇ ਧਰਨਿਆਂ 'ਚ ਵੀ, ਜੇ ਆਉਂਦੇ ਆ ਜਿਸ ਤਰ੍ਹਾਂ ਸਰਕਾਰ ਕਹਿੰਦੀ ਹੈ ਵੀ ਵਿਚੋਲਿਆਂ ਨੂੰ ਬਿਠਾ ਲਿਆ, ਅਸੀਂ ਇਹ ਵੀ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਕਿਹੜਾ ਵਿਚੋਲਾ, ਉਹਦਾ ਨਾਂ ਤਾਂ ਲਓ ਕੌਣ ਹੈ। ਸਿਰਫ ਧਰਨਿਆਂ ਦੇ ਉੱਤੇ ਕਿਸਾਨ ਝੰਡਾ ਹੈ, ਜੇ ਕੋਈ ਪਾਰਟੀ ਦਾ ਝੰਡਾ ਛੱਡ ਕੇ ਸਾਡੇ ਧਰਨੇ 'ਚ ਆਉਂਦਾ ਹੈ ਤਾਂ ਉਹ ਵਿਚੋਲਾ ਨਹੀਂ ਹੈਗਾ। ਪੰਜਾਬ ਦੇ ਕਾਂਗਰਸੀ ਵੀ ਕਿਸਾਨ ਹੈ, ਪੰਜਾਬ ਦੇ ਅਕਾਲੀ ਵੀ ਕਿਸਾਨ ਹੈ, ਪੰਜਾਬ ਦੇ ਕਾਂਗਰਸੀ ਵੀ ਕਿਸਾਨ ਹੈ, ਆਮ ਪਾਰਟੀ ਵਿੱਚ ਵੀ ਪੰਜਾਬ ਦੇ ਕਿਸਾਨ ਹੈ। ਉਹ ਬਤੌਰ ਕਿਸਾਨ ਸਾਡੀ ਅੱਜ ਬੀਜੇਪੀ ਤੋਂ ਬਿਨਾਂ, ਮੈਂ ਪਹਿਲਾਂ ਵੀ ਕਹਿ ਚੁੱਕਿਆ, ਗਿਣਵੇਂ ਬੰਦਿਆਂ ਤੋਂ ਬਿਨਾਂ ਪੰਜਾਬ ਦਾ ਬੱਚਾ ਇਸ ਸੰਘਰਸ਼ ਦੀ ਮਦਦ ਕਰ ਰਿਹਾ, ਨਾ ਕਿ ਕੋਈ ਵੀ ਵਿਰੋਧੀ ਹੈ। ਉਮੀਦ ਕਰਦੇ ਹਾਂ ਵੀ ਜਿਹੜੇ ਹੌਸਲੇ ਦੇ ਨਾਲ ਹੁਣ ਤੁਹਾਡੇ ਨਾਲ ਯੂਥ ਵੀ ਖੜਾ, ਅੱਜ ਮੈਂ ਬਜ਼ੁਰਗਾਂ ਨਾਲ ਮਿਲਿਆ ਸੀ 100 ਸਾਲ ਤੋਂ ਜਿਨ੍ਹਾਂ ਦੀ ਉੱਤੇ ਉਮਰ ਸੀਗੀ, ਉਹ ਵੀ ਇੱਥੇ ਆਏ ਸੀਗੇ। ਉਮੀਦ ਕਰਦਾ ਜਲਦ ਤੋਂ ਜਲਦ ਜਿਹੜੀ ਜਿੱਤ ਹੈ ਇਹ ਪੰਜਾਬੀਆਂ ਦੇ ਹੱਕ ਦੇ ਵਿੱਚ ਹੋਊਗੀ। ਧੰਨਵਾਦ। ਦੇਖੋ, ਜਿੱਤ ਤਾਂ ਅਸੀਂ ਕਰਕੇ ਹੀ ਹਟਣਾ ਹੈ। ਯੂਥ ਨੇ ਤਾਂ ਆਉਣਾ ਹੈ। ਤੁਸੀਂ ਮਾਲਵੇ 'ਚ ਜਾਓ, ਸਾਡਾ ਇਹ ਇਲਾਕਾ ਚੰਡੀਗੜ੍ਹ ਦੇ ਨੇੜੇ ਹੋਣ ਕਰਕੇ ਬੀਬੀਆਂ ਥੋੜ੍ਹਾ ਘੱਟ ਆਉਂਦੀਆਂ ਹੈ। ਇਹ ਨਹੀਂ ਵੀ ਨਹੀਂ, ਸਾਡੇ ਧਰਨਿਆਂ 'ਚ ਵੀ ਆਈਆਂ ਹੈ, ਅਤੇ ਹੋ ਸਕਦਾ ਕੱਲ੍ਹ ਨੂੰ ਜਾਂ 5 ਨੂੰ ਅਸੀਂ ਫੇਰ ਲੈ ਆਈਏ। ਪਰ ਉੱਥੇ ਦੇਖੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੀਬੀਆਂ ਆਈਆਂ ਬੈਠੀਆਂ, ਉਹ 7 ਵਜੇ ਕੰਮ ਨਿਬੇੜ ਕੇ ਧਰਨਿਆਂ 'ਚ ਆਉਂਦੀਆਂ, ਕਿਉਂਕਿ ਉਹ ਸਮਝ ਚੁੱਕੀਆਂ ਵੀ ਸਾਡਾ ਪੰਜਾਬ ਲੁੱਟਿਆ ਜਾ ਰਿਹਾ ਹੈ। ਯੂਥ ਸਮਝ ਚੁੱਕਿਆ ਹੈ। ਸਾਡੇ ਬੱਚੇ ਆ ਦੇਖੋ ਤੁਹਾਡੇ ਸਾਹਮਣੇ ਫਿਰਦੇ ਹੈ, ਜਿੰਨਾ ਕਿ ਇਹ ਕਰ ਸਕਦੇ ਆ, ਲੰਗਰ ਵਰਤਾਉਂਦੇ ਆ, ਚਾਹ ਵਰਤਾਉਂਦੇ ਆ, ਜੋ ਕੰਮ ਕਹਿੰਦੇ ਆ ਕਰਦੇ ਆ, ਵੀ ਤਾਂ ਧਰਨੇ 'ਚ ਸ਼ਮੂਲੀਅਤ ਲਈ ਬੈਠੇ ਹੈ। ਜਦੋਂ ਪੰਜਾਬ ਦਾ ਬੱਚੇ ਤੋਂ ਲੈ ਕੇ, ਬੀਬੀਆਂ ਤੋਂ ਲੈ ਕੇ, ਯੂਥ ਤੋਂ ਲੈ ਕੇ ਸਾਡੇ ਵਰਗੇ ਬਜ਼ੁਰਗਾਂ ਤੱਕ ਧਰਨੇ 'ਚ ਸ਼ਮੂਲੀਅਤ ਕਰਦਾ ਹੈ, ਫਿਰ ਅਸੀਂ ਜਿੱਤ ਕਿਸ ਤਰ੍ਹਾਂ ਪ੍ਰਾਪਤ ਨਹੀਂ ਕਰਾਂਗੇ, ਇਹ ਸਰਕਾਰ ਨੂੰ ਸਮਝ ਲੈਣਾ ਚਾਹੀਦਾ।